दर्शकों ब्रेक तो बाद थोड़ा स्वागत है जी। डॉक्टर साहब जी तो जड़ा अगला इशू है वो केड़ा है ते उस बारे तुसी की कहना चाहोगे? उस तो पहला ਜਿਹੜੇ ਕੁਝ ਕਮੈਂਟਸ ਸਾਡੇ ਲਾਈਵ ਤੇ ਆ ਰਹੇ ਨੇ ਔਰ ਇਹ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਕਿਉਂਕਿ ਪਹਿਲਾਂ ਅਸੀਂ ਇੱਕ ਗੋਚ ਬ੍ਰਾਡਕਾਸਟ ਕਰਦੇ ਸੀ, ਫਿਰ ਬਹੁਤ ਸਾਰਿਆਂ ਨੇ ਕਿਹਾ ਜੀ ਕਈ ਵਾਰ ਕਈਆਂ ਨੇ ਸਾਰਾ ਨਹੀਂ ਦੇਖਣਾ ਹੁੰਦਾ, ਟੌਪਿਕ ਵਾਈਜ਼ ਹੋਏ, ਸੋ ਅਸੀਂ ਇਹਨੂੰ 3 ਜਾਂ 4 ਸੈਗਮੈਂਟਸ ਡਿਵਾਈਡ ਕਰਦੇ ਹਾਂ। ਸੋ ਜਦੋਂ ਇੱਕ ਸੈਗਮੈਂਟ ਖਤਮ ਹੁੰਦਾ ਹੈ ਇੱਕ ਵਾਰੀ ਉਹ ਡਿਸਕਨੈਕਟ ਹੁੰਦਾ ਹੈ, ਸੋ ਕੋਸ਼ਿਸ਼ ਕਰੋ ਵੀ ਰਾਈਟ ਅਵੇ ਜਦੋਂ ਤੱਕ ਸਾਡਾ ਵਿੱਚ ਗੈਪ ਟਾਈਮ ਹੁੰਦਾ ਹੈ ਉਹ ਰੀਕਨੈਕਟ ਕਰ ਲੈਣ। ਔਰ ਜਿਹੜੇ ਕੁਝ ਮੈਸੇਜ ਆਏ ਨੇ ਜਿਨ੍ਹਾਂ 'ਚ ਜਗਦੀਪ ਸਿੰਘ ਖਾਲਿਸਤਾਨ ਜ਼ਿੰਦਾਬਾਦ, ਸੁੱਖੀ ਪੰਨੂ ਕੀਪ ਅਪ ਦਾ ਗ੍ਰੇਟ ਵਰਕ ਡਾਕਟਰ ਸਾਹਿਬ ਐਂਡ TV 84, ਹਰਮੇਲ ਸਿੰਘ ਖਾਲਿਸਤਾਨ ਜ਼ਿੰਦਾਬਾਦ, हसन पट्टी राणा डॉक्टर साहब जिंदाबाद, खालिस्तान जिंदाबाद, पाकिस्तान जिंदाबाद, खालिस्तान पाकिस्तान ठीक है। कुलजीत सिंह वी आर वाचिंग सरदार जी, हरमेल सिंह होरा ने किया गो www.tv84.tv अगेन। कमलजीत सिंह मानवार जी का खालसा वार जी की फतेह। शेरा रियाड़ कहते ने ग्रेट। पंजाब सिंह शिकायत करते हैं कि ब्रॉडकास्ट इंटरप्ट होया ਤੇ ਸਾਬ ਢਿੱਲੋਂ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਜੀ। ਇੱਕ ਪਾਸੇ ਅੱਜ ਜਦੋਂ ਅਸੀਂ 21 ਸਤੰਬਰ ਦੀ ਗੱਲ ਕੀਤੀ ਇੰਟਰਨੈਸ਼ਨਲ ਡੇ ਆਫ ਪੀਸ, ਇੱਕ ਗੱਲ ਅਫਸੋਸ ਦੀ ਵੀ ਸੀ ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨਸ ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਸਤੰਬਰ ਦੇ ਇਹਨਾਂ ਦਿਨਾਂ 'ਚ ਹੁੰਦਾ ਤੇ ਓਪਨਿੰਗ ਡੇ ਦੇ ਉੱਤੇ ਜਿਹੜੀ ਹੈ ਉਹ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਬੈਨ ਕੀ ਮੂਨ ਜਿਹੜਾ ਹੁਣ ਹੈ ਉਹਦੀ ਸਪੀਚ ਹੁੰਦੀ ਹੈ, ਉਹਦੀ ਟਰਮ ਮੁੱਕ ਰਹੀ ਹੈ। ਔਰ ਉਹਨੇ ਜਦੋਂ ਐਡਰੈਸ ਕੀਤਾ ਸੈਸ਼ਨ ਨੂੰ ਤੇ ਮੈਨੂੰ ਹੈਰਾਨੀ ਹੈ ਕਿ ਕਸ਼ਮੀਰ ਬਾਰੇ ਇੱਕ ਵੀ ਸ਼ਬਦ ਉਸ ਐਡਰੈਸ ਦੇ ਵਿੱਚ ਮੈਂਸ਼ਨ ਨਹੀਂ ਸੀ। ਔਰ ਇੱਕ ਪਾਸੇ ਕਸ਼ਮੀਰ ਇਸ਼ੂ ਹੈ ਜਿਹਨੂੰ UN ਸੈਕਟਰੀ ਜਨਰਲ ਜਾਂ UN ਸਿਕਿਉਰਿਟੀ ਕੌਂਸਲ ਨੇ 17 ਇਹਦੇ ਤੇ ਰੈਜ਼ੋਲੂਸ਼ਨ ਕੀਤੇ ਹੋਏ ਨੇ, ਖੁਦ ਨਹਿਰੂ ਲੈ ਕੇ ਗਿਆ, ਜਿਹੜੀ ਇਹਨਾਂ ਦੀ ਅਖਲਾਕੀ ਜ਼ਿੰਮੇਵਾਰੀ ਹੈ। ਲਗਭਗ 69 ਸਾਲ ਹੋ ਗਏ ਨੇ ਇਸ ਮੁੱਦੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਔਰ ਅੱਜ ਜਦੋਂ 2 ਮਹੀਨੇ ਤੋਂ ਜ਼ਿਆਦਾ ਟਾਈਮ ਤੋਂ ਉੱਥੇ ਚੱਲ ਰਿਹਾ ਕਤਲੇਆਮ, ਫੌਜ ਦੇ ਜ਼ੁਲਮ ਚੱਲ ਰਹੇ ਨੇ, 80 ਤੋਂ ਜ਼ਿਆਦਾ ਮੌਤਾਂ ਨੇ, ਸੈਂਕੜਿਆਂ ਨੇ ਅੱਖਾਂ ਦਾ ਨੂਰ ਗਵਾਇਆ, ਹਜ਼ਾਰਾਂ 12-13 ਹਜ਼ਾਰ ਜ਼ਖਮੀ ਨੇ। ਔਰ ਯੂਨਾਈਟਿਡ ਨੇਸ਼ਨਸ ਦੇ ਆਪਣੇ ਅਬਜ਼ਰਵਰ ਜਿਹੜਾ ਜਾਣਾ ਚਾਹੁੰਦੇ ਸੀ ਉਹਦੀ ਇੰਡੀਆ ਨੇ ਆਗਿਆ ਨਹੀਂ ਦਿੱਤੀ। ਸੋ ਜੇ ਬੈਨ ਕੀ ਮੂਨ ਦੇ ਐਡਰੈਸ 'ਚ ਹੀ ਮੈਂਸ਼ਨ ਨਹੀਂ ਹੈ ਤੇ ਫਿਰ ਅਸੀਂ ਜਿਹੜੀ ਹੈ ਪੀਸ ਦੀ ਗੱਲ ਜਿਹੜੀ ਹੈ ਉਹ ਕੀ ਕਰ ਸਕਦੇ ਹਾਂ। ਪਰ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਕਿ 21 ਸਤੰਬਰ ਦਾ ਹੀ ਦਿਨ ਹੈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ ਅੱਜ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ। ਔਰ ਇਹ ਕਿਉਂਕਿ ਐਤਕੀ ਮੋਦੀ ਨਹੀਂ ਆ ਰਿਹਾ, ਸ਼ਾਇਦ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਹੈ ਸੁਸ਼ਮਾ ਸਵਰਾਜ ਉਹ ਆਉਣ ਵਾਲੇ ਮੰਡੇ ਐਡਰੈਸ ਕਰੇ, ਜੇ ਕਨਫਰਮ ਨਹੀਂ ਹੈ ਮੈਨੂੰ। ਔਰ ਮੈਂ ਸਮਝਦਾ ਹਾਂ ਵੀ ਨਵਾਜ਼ ਸ਼ਰੀਫ ਨੇ ਅੱਛੀ ਜਿਹੜੀ ਹੈ ਉਹ ਪਰਫਾਰਮੈਂਸ ਦਿੱਤੀ ਹੈ। ਉਸ ਤੋਂ ਪਹਿਲਾਂ ਜਿਹੜੀ ਇੱਕ ਖਬਰ ਇਹਦੇ ਨਾਲ ਹੀ ਰਿਲੇਟਡ ਸੀ, ਟਾਈਮਜ਼ ਆਫ ਇੰਡੀਆ ਨੇ ਵੀ ਕੈਰੀ ਕੀਤੀ ਕਿ ਜਿਹੜਾ US ਟੈਲਸ ਪਾਕਿਸਤਾਨ ਟੂ ਲਿਮਿਟ ਨਿਊਕਸ, ਪਾਕਿਸਤਾਨ ਸੇਜ਼ ਨੋ, ਕਿਉਂਕਿ ਸਾਈਡਲਾਈਨਸ ਦੇ ਉੱਤੇ ਜੌਨ ਕੈਰੀ ਨਵਾਜ਼ ਸ਼ਰੀਫ ਦੀ ਮੀਟਿੰਗ ਹੋਈ ਔਰ ਉਹਦੇ 'ਚ ਜਿਹੜਾ ਉਹਨੇ ਜੌਨ ਕੈਰੀ ਨੇ ਕਿਹਾ ਹੋਏਗਾ ਕਿ ਵੀ ਤੁਸੀਂ ਇਹਦੇ 'ਤੇ ਕਰੋ। ਔਰ ਇਹ ਮੈਂ ਪਹਿਲਾਂ ਕਿਉਂਕਿ ਸਾਡੇ ਲਈ ਜਦੋਂ ਅਸੀਂ ਪੰਜਾਬ ਖਾਲਿਸਤਾਨ ਦੇ ਹਵਾਲੇ ਨਾਲ ਦੇਖਦੇ ਤੇ ਫਿਰ ਸਾਡੇ ਲਈ ਨਿਊਕਲੀਅਰ ਇਸ਼ੂ ਔਰ ਇੰਡੀਆ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਕਿਸ ਪਾਸੇ ਜਾ ਰਹੀ ਹੈ ਇਹ ਆਬਜ਼ਰਵ ਕਰਨਾ ਜ਼ਿਆਦਾ ਇੰਪੋਰਟੈਂਟ ਹੁੰਦਾ। ਔਰ ਇਹ ਖਬਰ ਹੀ ਹੈ US tells Pakistan to limit nukes, Pakistan says no. Even New Delhi dateline, even as India considers military options to deal with cross-border terror after Sunday's Uri attack. A comment from Pakistan today, especially its timing, should give pause to anyone in New Delhi considering ill-thought-out plans of retaliation. ਉਹਨੇ ਕਿਹਾ ਜੀ ਅੱਜ ਜਿਹੜੀ ਗੱਲ ਆਈ ਹੈ ਜਿਹੜੇ ਭਾਰਤ 'ਚ ਬੜੇ ਭੂਤਰੇ ਹੋਏ ਨੇ ਵੀ ਹਮਲਾ ਕਰੋ ਉਹਨਾਂ ਦੇ ਨੂੰ ਜਰਾ ਕੰਨ ਦੇ ਕੇ ਸੁਣਨਾ ਚਾਹੀਦਾ। ਔਰ ਫਿਰ ਇਹ ਕੋਟ ਕੀਤਾ ਕਿਉਂਕਿ ਅੱਜ ਕੱਲ੍ਹ ਮਲੀਹਾ ਲੋਧੀ ਜਿਹੜੀ ਹੈ ਉਹ ਯੂਨਾਈਟਿਡ ਨੇਸ਼ਨਸ ਪਾਕਿਸਤਾਨ ਦੀ ਐਂਬੈਸਡਰ ਹੈ, ਕਿਸੇ ਵੇਲੇ ਉਹ ਵਾਸ਼ਿੰਗਟਨ DC 'ਚ ਐਂਬੈਸਡਰ ਸੀ ਅਮਰੀਕਾ 'ਚ, ਔਰ 1-2 ਕਾਨਫਰੰਸਿਸ ਦੇ ਮੌਕੇ ਤੇ ਮੈਨੂੰ ਥੋੜਾ ਬਹੁਤ ਇੰਟਰੈਕਸ਼ਨ ਦਾ ਮੌਕਾ ਵੀ ਮਿਲਿਆ ਔਰ ਉਹਨੂੰ ਕੋਟ ਕੀਤਾ। Pakistan's nuclear program cannot be restricted, said Pakistan's permanent representative to UN Maliha Lodhi today in New York press conference, Pakistani media reported. Lodhi said that at a meeting with US Secretary of State John Kerry urged Pakistan Prime Minister Nawaz Sharif to limit Pakistan's atomic program,
In response, Sharif told Kerry that what was expected of Pakistan must also be implemented by India, according to Lodi. ਜਦੋਂ ਉਹਨੇ ਕੈਰੀ ਨੇ ਕਿਹਾ ਕਿ ਜੀ ਆਪਣੇ ਨਿਊਕਲੀਅਰ ਹਥਿਆਰ ਘਟਾਓ, ਉਹਨਾਂ ਨੇ ਕਿਹਾ ਜੀ ਤੁਸੀਂ ਇੰਡੀਆ ਨੂੰ ਕਹੋ ਉਹ ਘਟਾ ਦੇਣ, ਅਸੀਂ ਆਪੇ ਘਟਾ ਦੇਾਂਗੇ। The world should first put an end to nuclear activities undertaken by India। ਹੁਣ ਮਲੀਆ ਲੋਦੀ ਨੇ ਕਿਹਾ ਵੀ ਇਹ ਨਵਾਜ਼ ਸ਼ਰੀਫ ਨੇ ਕਿਹਾ ਵੀ ਪਹਿਲਾਂ ਆਪਣਾ ਇੰਡੀਆ ਨੂੰ ਕਹੋ ਕਿ ਵੀ ਉਹ ਘਟਾਣ। और पाकिस्तान के फॉरेन सेक्रेटरी अजीज चौधरी, who addressed the press conference, Lodi said that no other state had acted against terrorism as much as Pakistan had। ਹੁਣ ਇਹ ਕਹੀ ਜਾਓ ਡੂ ਮੋਰ ਉਹ ਕਹਿੰਦੇ ਵੀ ਕਿਸੇ ਵੀ ਔਰ ਸਭ ਤੋਂ ਜ਼ਿਆਦਾ ਬਰੰਟ ਵੀ ਪਾਕਿਸਤਾਨ ਨੇ ਲਿਆ ਹੈ। ਕਿੰਨੇ ਉਹਨਾਂ ਦੇ ਸੋਲਜਰ, ਕਿੰਨੇ ਸਿਵਿਲੀਅਨ, ਉਹਨਾਂ ਨੇ ਦੁਨੀਆ ਦੀ ਲੜਾਈ ਲੜੀ ਹੈ। 9/11 ਤੋਂ ਬਾਅਦ ਜੋ ਵੀ ਸੀ, ਕਿਵੇਂ ਉਹਨਾਂ ਦੀ ਟੈਰੀਟਰੀ ਤੇ ਲੜਾਈ ਲੜੀ ਗਈ। ਜੇ ਅੱਜ ਪਾਕਿਸਤਾਨ ਦੇ ਵਿੱਚ ਖੁੱਲੇ ਹਥਿਆਰ ਨੇ ਔਰ ਵਾਇਲੈਂਸ ਦਾ ਬੋਲਬਾਲਾ ਹੈ, ਤੇ ਇਹ ਵੀ ਜਦੋਂ ਰਸ਼ੀਆ ਸੋਵੀਅਤ ਯੂਨੀਅਨ ਨੇ 1979 ਚ ਅਫਗਾਨਿਸਤਾਨ ਤੇ ਹਮਲਾ ਕੀਤਾ, ਅਮਰੀਕਾ ਨੇ ਜਾ ਕੇ ਉੱਥੇ ਡੇਰੇ ਲਾਏ। ਸੋ ਅੱਜ ਤੁਸੀਂ ਉਹਨਾਂ ਨੂੰ ਕਹੀ ਜਾਓ ਜੀ ਉਹ ਐਪੀ ਸੈਂਟਰ ਬਣ ਗਿਆ ਟੈਰਰਿਜ਼ਮ ਦਾ, ਫਲਾਣਾ। ਪਹਿਲਾਂ ਤੁਸੀਂ ਦੇਖੋ ਤੁਹਾਡਾ ਕੀ ਰੋਲ ਹੈ ਸਾਰਿਆਂ ਦਾ। ਪਰ ਨਵਾਜ਼ ਸ਼ਰੀਫ ਨੇ ਜਿਹੜੀ ਆਪਣੀ ਸਪੀਚ ਦਿੱਤੀ ਉਹਦੇ 'ਚ ਅੱਛੀ ਪਰਫਾਰਮੈਂਸ ਹੈ। ਔਰ ਇਹ BBC ਦੀ ਇੱਕ ਸਰਵਿਸ ਸਟੋਰੀ ਹੈ ਕਿ 10 ਚੀਜ਼ਾਂ ਜਿਹੜੀਆਂ ਨਵਾਜ਼ ਸ਼ਰੀਫ ਦੀ ਸਪੀਚ ਦਾ ਪ੍ਰਮੁੱਖ ਹਿੱਸਾ ਸੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਗੱਲ ਸਾਫ਼ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਹੈ ਅਸੀਂ ਗੱਲਬਾਤ ਦੇ ਹੱਕ 'ਚ ਹੈ, ਦੋਨਾਂ ਦੇਸ਼ਾਂ ਦੇ ਹਿੱਤ 'ਚ ਹੈ ਗੱਲਬਾਤ। ਔਰ ਜੰਮੂ ਕਸ਼ਮੀਰ ਦਾ ਜਿਹੜਾ ਝਗੜਾ ਹੈ ਉਹਨੂੰ ਬਿਨਾਂ ਜੇ ਕਿਸੇ ਤਣਾਅ ਤੋਂ ਜਾਂ ਖਤਰੇ ਦੇ ਇਜ਼ਾਫੇ ਤੋਂ ਬਚਾਉਣਾ ਹੈ ਤੇ ਗੱਲਬਾਤ ਹੀ ਇੱਕੋ ਇੱਕ ਹੱਲ ਹੈ। ਔਰ ਉਸੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਬਹਾਲੀ ਹੋ ਸਕਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਕਸ਼ਮੀਰੀਆਂ ਦੀ ਨਵੀਂ ਪੀੜ੍ਹੀ ਹੈ, ਜਿਹੜਾ ਭਾਰਤ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਸ ਦੇ ਖਿਲਾਫ ਉੱਠ ਖੜੀ ਹੈ ਔਰ ਉਹ ਆਜ਼ਾਦੀ ਦੀ ਮੰਗ ਕਰ ਰਹੇ ਨੇ। ਫਿਰ ਬੁਰਹਾਨ ਵਾਨੀ ਨੂੰ ਉਹਨਾਂ ਨੇ ਇੱਕ ਨੌਜਵਾਨ ਲੀਡਰ ਦੇ ਤੌਰ ਤੇ ਤਸੱਵਰ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਉਹ ਇੱਕ ਨੌਜਵਾਨ ਲੀਡਰ ਸੀ ਜਿਹਦੀ ਭਾਰਤੀ ਫੌਜ ਨੇ ਜਾਨ ਲਈ, ਔਰ ਅੱਜ ਜਿਹੜੀ ਕਸ਼ਮੀਰ ਦੇ ਵਿੱਚ ਇੰਤਫਾਦਾ ਦੀ ਲਹਿਰ ਹੈ ਉਸ ਦੇ ਉਹ ਸਿੰਬਲ ਬਣ ਕੇ ਉਭਰੇ। ਉਹ ਜਿਹੜਾ ਇੰਤਫਾਦਾ ਹੈ ਇੱਕ ਸ਼ਾਂਤਮਈ ਤਰੀਕੇ ਨਾਲ ਜਿਹੜਾ ਆਪਣੀ ਆਜ਼ਾਦੀ ਦੀ ਗੱਲ ਹੈ, ਔਰ ਇਸ ਦੇ ਵਿੱਚ ਨੌਜਵਾਨ, ਬਜ਼ੁਰਗ, ਔਰਤਾਂ ਸਾਰੇ ਸ਼ਾਮਲ ਨੇ ਔਰ ਉਹਨਾਂ ਦੇ ਅੰਦਰ ਆਜ਼ਾਦੀ ਦੀ ਭੁੱਖ ਹੈ। ਭਾਰਤ ਦੀ 5 ਲੱਖ ਤੋਂ ਜ਼ਿਆਦਾ ਫੌਜ ਉੱਥੇ ਬੜੀ ਜਿਹੜੀ ਹੈ ਨਿਰਦੈਤਾ ਦੇ ਨਾਲ ਜ਼ਾਲਮਾਨਾ ਅੰਦਾਜ਼ ਦੇ ਵਿੱਚ ਆਪਰੇਸ਼ਨ ਕਰ ਰਹੀ ਹੈ। ਔਰ ਇਹ 2 ਮਹੀਨੇ ਤੋਂ ਜ਼ਿਆਦਾ ਦੇ ਵਕਤ 100 ਤੋਂ ਜ਼ਿਆਦਾ ਕਸ਼ਮੀਰੀ, ਜਿਨ੍ਹਾਂ 'ਚ ਬੱਚੇ ਤੇ ਹੋਰ ਸੈਂਕੜੇ ਲੋਕ ਸ਼ਾਟਗਨ ਪੈਰਟ ਦੀ ਵਜ੍ਹਾ ਨਾਲ ਅੰਨੇ ਹੋਏ ਨੇ ਔਰ ਹਜ਼ਾਰਾਂ ਜ਼ਖਮੀ ਨੇ। ਤੀਸਰੀ ਗੱਲ ਉਹਨਾਂ ਨੇ ਕਹੀ ਕਿ ਭਾਈ ਇਹ ਜਿਹੜਾ ਭਾਰਤ ਦਾ ਜ਼ੁਲਮੋ ਸਤਮ ਹੈ ਇਹਨੂੰ ਅਸੀਂ ਦਸਤਾਵੇਜ਼ਾਂ ਦੇ ਵਿੱਚ ਦਰਜ ਕੀਤਾ। ਔਰ ਮੈਂ UN ਜਨਰਲ ਅਸੈਂਬਲੀ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹ ਡੋਜ਼ੀਅਰ ਜਿਹੜਾ ਭਾਰਤ ਦੀ ਜ਼ੁਲਮਾਂ ਦੀ ਕਹਾਣੀ ਦਾ ਬਹੁਤ ਜਲਦੀ ਜਿਹੜਾ ਉਹ UN ਸੈਕਟਰੀ ਜਨਰਲ ਨੂੰ ਦਿਆਂਗੇ, ਔਰ ਜਿਹਦੇ 'ਚ ਭਾਰਤ ਵੱਲੋਂ ਜਿਹੜੇ ਮਨੁੱਖੀ ਹੱਕਾਂ ਦਾ ਹਨਨ ਕੀਤਾ ਜਾ ਰਿਹਾ ਉਹਦੇ ਸਬੂਤ ਹੋਣਗੇ। ਫਿਰ ਚੌਥੀ ਗੱਲ ਉਹਨਾਂ ਨੇ ਕਹੀ ਕਿ ਵੀ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੇ ਹੱਕ ਦੀ ਪੂਰੀ ਹਮਾਇਤ ਕਰਦਾ ਔਰ ਜਿਹਦਾ ਹੱਕ ਜਿਹੜਾ ਹੈ UN ਸਿਕਿਉਰਿਟੀ ਕੌਂਸਲ ਨੇ ਆਪਣੇ ਬਹੁਤ ਸਾਰੇ ਰੈਜ਼ੋਲੂਸ਼ਨਸ ਦੇ ਵਿੱਚ ਕੀਤਾ ਹੋਇਆ, ਔਰ ਇਸ ਦੇ ਲਈ ਕਸ਼ਮੀਰੀਆਂ ਦਾ ਆਪਣੀ ਆਜ਼ਾਦੀ ਲਈ ਲੜਨ ਦਾ ਹੱਕ ਬਣਦਾ ਔਰ ਇਸ ਦੀ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ। ਪੰਜਵਾਂ ਨੁਕਤਾ ਉਹਨਾਂ ਨੇ ਕਿਹਾ ਕਿ ਵੀ ਕਸ਼ਮੀਰੀ ਲੋਕਾਂ ਦੇ ਵੱਲੋਂ ਮੈਂ ਮਾਵਾਂ, ਬੀਵੀਆਂ, ਭੈਣਾਂ ਤੇ ਮਾਸੂਮ ਕਸ਼ਮੀਰੀ ਬੱਚੇ, ਉਹਨਾਂ ਦੇ ਪਿਤਾ, ਉਹ ਔਰਤਾਂ ਔਰ ਮਰਦ ਜੋ ਮਾਰੇ ਗਏ ਨੇ, ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਜ਼ਖਮੀ ਨੇ, ਮੈਂ ਇਹਨਾਂ ਦੀ UN ਜਨਰਲ ਅਸੈਂਬਲੀ 'ਚ ਖਲੋ ਕੇ ਇਹ ਮੰਗ ਕਰਦਾ ਕਿ ਇਹਨਾਂ ਸਾਰੀਆਂ ਮੌਤਾਂ ਦਾ ਜਿਹੜਾ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਬਿਲਕੁਲ ਇਹ ਠੀਕ ਜਾਇਜ਼ ਮੰਗ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਮਿਸ਼ਨ ਭਾਰਤੀ ਫੌਜ ਦੇ ਜ਼ੁਲਮਾਂ ਦੇ ਲਈ ਇਨਵੈਸਟੀਗੇਟ ਕਰਨ ਲਈ ਜਾਣਾ ਚਾਹੁੰਦਾ ਸੀ, ਉਹ ਜਿਹੜਾ ਉਹਨਾਂ ਨੂੰ ਆਗਿਆ ਨਹੀਂ ਦਿੱਤੀ। ਔਰ ਅਸੀਂ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਕਸ਼ਮੀਰ ਦੇ ਵਿੱਚ ਉਹਨਾਂ ਦੀ ਤੁਰੰਤ ਇੱਕਦਮ ਰਿਹਾਈ, ਕਰਫਿਊ ਖਤਮ ਕਰਨ, ਕਸ਼ਮੀਰੀ ਲੋਕਾਂ ਦੇ ਨੂੰ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਹੱਕ ਦੇਣ ਔਰ ਜ਼ਖਮੀਆਂ ਨੂੰ ਫੌਰਨ ਮੈਡੀਕਲ ਸਰਵਿਸਿਜ਼ ਦੇਣ ਦੀ ਜਿਹੜੀ ਹੈ ਉਹ ਮੰਗ ਕਰਦੇ ਆ ਕਿ ਇੰਟਰਨੈਸ਼ਨਲ ਭਾਈਚਾਰਾ ਇਸ ਨੂੰ ਨਿਭਾਏ। 7ਵਾਂ ਉਹਨਾਂ ਨੇ ਕਿਹਾ ਕਿ UN ਸਿਕਿਉਰਿਟੀ ਕੌਂਸਲ ਆਜ਼ਾਦਾਨਾ ਤੌਰ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ 70 ਸਾਲ ਤੋਂ ਉਹਨਾਂ ਦੇ ਨਾਲ ਵਾਅਦਾ ਕੀਤਾ ਹੋਇਆ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਪਲੇਬਿਸਾਈਟ ਦਾ, ਉਹ ਲਾਗੂ ਕਰੇ ਔਰ ਭਾਰਤ ਇਹਨਾਂ ਵਾਅਦਿਆਂ ਨੂੰ ਪੂਰਾ ਕਰੇ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਯੂਨਾਈਟਿਡ ਨੇਸ਼ਨਸ ਹੈ ਜੰਮੂ ਕਸ਼ਮੀਰ ਨੂੰ ਡੀਮਿਲਿਟਰਾਈਜ਼ ਕਰਨ ਲਈ ਕਦਮ ਚੁੱਕੇ
ਅਸੀਂ ਇਸ ਬਾਰੇ ਬੈਨ ਕੀ ਮੂਨ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਦਾ ਸਵਾਗਤ ਕਰਦੇ ਹਾਂ ਔਰ ਹਮੇਸ਼ਾ ਹੀ ਅਸੀਂ ਗੱਲਬਾਤ ਲਈ ਤਿਆਰ ਹਾਂ। ਔਰ ਇਹ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਅੱਜ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਖਿੱਚੋਤਾਣ ਵੱਧ ਰਹੀ ਹੈ ਇਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਔਰ ਇਹਨੂੰ ਨਜ਼ਰਅੰਦਾਜ਼ ਨਾ ਕਰੇ। 9ਵਾਂ ਨੁਕਤਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੇ ਖੇਤਰ ਦੇ ਵਿੱਚ ਇਸ ਦੇ ਲਈ ਵਚਨਬੱਧ ਹਾਂ ਕਿ ਅਸੀਂ ਸਟੇਬਿਲਿਟੀ ਚਾਹੁੰਦੇ। ਅਸੀਂ ਭਾਰਤ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹੈ, ਅਸੀਂ ਐਸਾ ਨਹੀਂ ਕਰਨਾ ਚਾਹੁੰਦੇ, ਪਰ ਜਿਸ ਤਰੀਕੇ ਨਾਲ ਭਾਰਤ ਹਥਿਆਰ ਇਕੱਠੇ ਕਰ ਰਿਹਾ ਅਸੀਂ ਇਹਦੀ ਅਣਦੇਖੀ ਵੀ ਨਹੀਂ ਕਰ ਸਕਦੇ ਔਰ ਇਸ ਲਈ ਆਪਣੇ ਬਚਾਅ ਲਈ ਸਾਨੂੰ ਜੋ ਵੀ ਕਰਨਾ ਪਿਆ ਲੋੜੀਂਦਾ ਉਹ ਅਸੀਂ ਕਰਾਂਗੇ। ਔਰ ਉਸ ਦੇ ਲਈ ਉਹਨਾਂ ਨੇ ਕਿਹਾ ਕਿ ਵੀ 10ਵਾਂ ਔਰ ਆਖਰੀ ਨੁਕਤਾ ਹੈ ਕਿ ਵੀ ਇਹ ਜਿਹੜਾ ਸੰਘਰਸ਼ ਟਾਲਣ ਦੇ ਲਈ ਬੇਮਤਲਬ ਜਿਹੜਾ ਫੌਜੀ ਖਰਚ ਭਾਰਤ ਔਰ ਪਾਕਿਸਤਾਨ ਦੇ ਵੱਲੋਂ ਹੋ ਰਿਹਾ ਅਸੀਂ ਡੀਮਿਲਟਰਾਈਜ਼ ਜਾਂ ਦੋ ਪੱਖੀ ਬਾਇਲੇਟਰਲ ਗੱਲਬਾਤ ਜਿਹੜੀ ਹੈ ਹਥਿਆਰਾਂ ਦੇ ਉੱਤੇ ਕੰਟਰੋਲ ਕਰਨ ਲਈ ਉਸ ਦੇ ਲਈ ਸਹਿਮਤੀ ਦਿੰਦੇ ਹਾਂ। ਅਸੀਂ ਭਾਰਤ ਨਾਲ ਕਿਸੇ ਵੀ ਮੰਚ ਤੇ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਲਈ ਤਿਆਰ ਹੈ ਔਰ ਜੇ ਪਰਮਾਣੂ ਧਮਾਕੇ ਰੋਕਣ ਦੇ ਲਈ ਕੋਈ ਸੰਧੀ ਹੈ ਕਰਨਾ ਚਾਹੁੰਦਾ ਹੈ ਭਾਰਤ ਅਸੀਂ ਉਹਦੇ ਲਈ ਵੀ ਤਿਆਰ ਹੈ। ਪਰ ਅਸੀਂ ਇਹ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦੇ ਹਾਂ, ਭਾਰਤ ਨੂੰ ਆਪਣਾ ਰੈਜ਼ੋਲੂਸ਼ਨ ਦੇਣਾ ਚਾਹੁੰਦੇ ਹਾਂ ਕਿ ਵੀ ਅਸੀਂ ਜੰਮੂ ਕਸ਼ਮੀਰ ਦੇ ਮੁੱਦੇ ਤੇ ਸ਼ਾਂਤਮਈ ਤਰੀਕੇ ਨਾਲ ਕਿਸੇ ਵੀ ਗੱਲਬਾਤ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋ ਮੈਂ ਸਮਝਦਾ ਵੀ ਪਾਕਿਸਤਾਨ ਨੇ ਆਪਣਾ ਕੇਸ ਬ੍ਰਿਲੀਅੰਟਲੀ ਤਿਆਰ ਕੀਤਾ। ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਜਿਹੜਾ ਝੰਜੋੜਿਆ, ਕਸ਼ਮੀਰੀਆਂ ਦੇ ਨਾਲ ਵੀ ਸੋਲੀਡੈਰਿਟੀ ਔਰ ਇਕਸਾਰਤਾ ਜਾਂ ਯਕਜ਼ਦੀ ਮੇਰੇ ਖਿਆਲ ਕਹਿੰਦੇ ਨੇ ਉਹਨੂੰ ਉਰਦੂ 'ਚ, ਉਸ ਦਾ ਪ੍ਰਗਟਾਵਾ ਕੀਤਾ। ਔਰ ਅੱਜ ਹੀ ਜਿਵੇਂ ਸੈਯਦ ਅਲੀ ਸ਼ਾਹ ਗਿਲਾਨੀ ਨੇ ਕਿਹਾ, ਉਹਨਾਂ ਦਾ ਜਿਹੜਾ ਰੀਅਲ ਲੀਡਰ ਜਿਹਨੂੰ ਮੈਂ ਐਡਮਾਇਰ ਕਰਦਾ ਕਸ਼ਮੀਰੀਆਂ ਦਾ, ਉਹਨੇ ਕਿਹਾ ਜੀ ਇਹ ਜੋ ਉੜੀ ਦੇ ਵਿੱਚ ਹੋਇਆ ਇਹ ਇਵੇਂ ਹੀ ਹੈ ਜਿਵੇਂ ਪ੍ਰੈਜ਼ੀਡੈਂਟ ਕਲਿੰਟਨ ਜਦੋਂ ਇੰਡੀਆ ਦੀ ਉਹਨੇ ਧਰਤੀ ਤੇ ਪੈਰ ਰੱਖਿਆ ਔਰ 35 ਸਿੱਖ ਮਾਰ ਦਿੱਤੇ ਸੀ ਚਿੱਠੀ ਸਿੰਘਪੁਰਾ। ਔਰ ਇਹ ਬਿਲਕੁਲ ਉਸੇ ਲਾਈਨ ਦੇ ਉੱਤੇ ਅਸਲੀ ਇਸ਼ੂ ਨੂੰ ਡਾਈਵਰਟ ਕਰਨ ਦੇ ਲਈ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਇਸ ਵਾਰ ਨਵਾਜ਼ ਸ਼ਰੀਫ ਨੇ ਕਸ਼ਮੀਰੀਆਂ ਦਾ ਕੇਸ ਪ੍ਰੈਜ਼ੈਂਟ ਕੀਤਾ ਔਰ ਦੂਜੇ ਪਾਸੇ ਜਿਵੇਂ ਬਲੋਚਾਂ ਦੇ ਇਸ਼ੂ ਨੂੰ ਈਵਨ ਜਿਹੜਾ ਅਫਗਾਨਿਸਤਾਨ ਦਾ ਐਂਬੈਸਡਰ ਦਿੱਲੀ 'ਚ ਬੈਠਾ ਹੈ ਉਹਨੇ ਵੀ ਇੰਡੀਆ ਦੀ ਤਾਰੀਫ ਕੀਤੀ ਹੈ ਕਿ ਜੀ ਬਲੋਚਾਂ ਦਾ ਇਸ਼ੂ ਚੁੱਕਿਆ ਅਸੀਂ ਹਮਾਇਤ ਕਰਦੇ ਹਾਂ। ਤਾਂ ਅਸੀਂ ਸਮਝਦੇ ਹਾਂ ਵੀ ਹੁਣ ਇਹ ਪਾਕਿਸਤਾਨ ਦੀ ਲੀਡਰਸ਼ਿਪ ਵੀ ਜਿਹੜੀ ਹੈ ਇਹ ਜਿਹੜਾ ਘੁੰਡ ਚੁੱਕ ਕੇ ਗੱਲ ਕਰਨ ਸਿੱਖਾਂ ਦੇ ਮਾਮਲੇ 'ਚ ਵੀ। ਔਰ ਜਿੱਥੇ ਉਹਨਾਂ ਨੇ ਕਸ਼ਮੀਰੀਆਂ ਦੀ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕੀਤੀ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਇਸ਼ੂ, ਭਾਰਤੀ ਕਬਜ਼ੇ ਵਾਲੇ ਖਾਲਿਸਤਾਨ ਦਾ ਇਸ਼ੂ ਵੀ ਹਾਈਲਾਈਟ ਕੀਤਾ ਜਾਏ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਇੱਕ ਅੱਛੀ ਪ੍ਰੈਜ਼ੈਂਟੇਸ਼ਨ ਹੈ। ਜੀ ਡਾਕਟਰ ਸਾਹਿਬ, ਇੱਥੇ ਰਹਿੰਦੇ ਆ ਬ੍ਰੇਕ। ਵਿਊਅਰਸ ਤੁਸੀਂ ਕਿੱਥੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।